ਵਾਹਿਗੁਰੂ ਸਾਹਿਬ ਜੀ। ਦੰਡੋਤ ਬੰਦਨੰ ਕੁਮਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਨਾਨਕ ਦੇ ਕਰ ਹੱਥ ਫਿਰਤ ਤ੍ਰਵਿਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਪਵਿੱਤਰ ਦਿਲਾਂ ਦੀ ਜਗਦੀ ਜੋਤ ਤਪਦੇ ਹਿਰਦਿਆਂ ਨੂੰ ਸ਼ਾਂਤ ਕਰਨ ਵਾਲੇ ਬਾਣੀ ਕੇ ਬੋਏ ਤੂੰ ਨਾਮ ਕੀ ਜਹਾਜ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਗੁਰੂ ਰੂਪ ਗੁਰੂ ਪਿਆਰੇ ਸਤਸੰਗੀ ਜਨੋ ਆਓ ਗੁਰੂ ਚਰਨਾਂ ਵਿਖੇ ਆਪਾਂ ਸਾਰੇ ਹਾਜ਼ਰੀ ਕਰਵਾਈਏ। ਦੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਗੱਦੀ ਦੀ ਸਾਂਝ ਪਾਈਏ। ਜਿੰਨੇ ਵੀ ਪ੍ਰਾਣੀ ਗੁਰੂ ਚਰਨਾਂ ਵਿਖੇ ਜੁੜ ਬੈਠੇ ਹੋ ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਰਬੱਤ ਮਾਈ ਭਾਈ ਕਰੋ ਕਿਰਪਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਰਹਿਮਤ ਦਾ ਸਦਕਾ ਅੱਜ ਪੋਹ ਦਾ ਮਹੀਨਾ ਆਰੰਭ ਹੋਇਆ ਹੈ। ਪਿਛਲਾ ਮਹੀਨਾ ਬੀਤ ਗਿਆ ਸਾਡੀ ਜ਼ਿੰਦਗੀ ਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਸਮਝਾਉਣ ਵਾਸਤੇ ਬਾਣੀ ਦੇ ਵਿੱਚ ਦਿਨਾਂ ਦੇ ਰੂਪ ਦੇ ਵਿੱਚ ਸਮਝਾਇਆ ਤੇ ਬਾਣੀ ਉਚਾਰਨ ਕੀਤੀ ਦਿਨ ਰਹਿਣ। ਇਹ ਤੋਂ ਦਿਨੇ ਕੀ ਕਰਨਾ ਤੇ ਰਾਤ ਕੀ ਕਰਨਾ। ਜੇ ਚਾਰ ਪਹਿਰ ਨੇ ਤੇ ਪਹਿਰਿਆਂ ਦੇ ਰੂਪ ਦੇ ਵਿੱਚ ਬਾਣੀ ਪਹਿਰੇ ਉਚਾਰਨ ਕਰਕੇ ਸਮਝਾ ਦਿੰਦਾ। ਜੇ ਮਹੀਨੇ ਆ ਤੇ ਮਹੀਨਿਆਂ ਦੇ ਰੂਪ ਦੇ ਵਿੱਚ ਬਾਣੀ 12 ਮਹਾ ਉਚਾਰਨ ਕਰਕੇ ਸਮਝਾ ਦਿੰਦਾ। ਥਿੱਤਾਂ ਦੇ ਸਮੇਂ ਥਿੱਤੀ ਗੌੜੀ ਉਚਾਰਨ ਕਰਕੇ ਸਮਝਾ ਦਿੱਤਾ। ਸਤਿਗੁਰਾਂ ਨੇ ਹਰ ਇੱਕ ਤਰੀਕੇ ਗੁਰਸਿੱਖ ਨੂੰ ਸਮਝਾਉਣਾ ਚਾਹਿਆ ਕਿ ਇਹ ਜੋ ਮਨੁੱਖਾ ਜਨਮ ਸਾਨੂੰ ਮਿਲਿਆ ਸਾਰਿਆਂ ਨੂੰ ਇਹ ਕਾਹਦੇ ਵਾਸਤੇ ਮਿਲਿਆ, ਇਹਦੇ ਵਿੱਚ ਰਹਿ ਕੇ ਕੀ ਕਰਨਾ ਹੈ। ਅਖੀਰ ਜਿਹੜਾ ਵੀ ਜੀਵ ਦੁਨੀਆ ਦੇ ਉੱਤੇ ਆਉਂਦਾ ਇੱਕ ਦਿਨ ਚਲੇ ਜਾਂਦਾ ਹੈ ਤੇ ਸਾਰਾ ਕੁਝ ਇਕੱਠਾ ਕਰਕੇ ਇੱਥੇ ਛੱਡ ਕੇ ਜਾਣ ਵਾਲੇ ਬੰਦੇ ਨੂੰ ਕੋਈ ਜ਼ਿਆਦਾ ਸਿਆਣਾ ਨਹੀਂ ਕਹਿੰਦੇ। ਕਿਤੇ ਐਸਾ ਨਾ ਹੋਵੇ ਅਸੀਂ ਸਾਰਾ ਕੁਝ ਇਕੱਠਾ ਹੀ ਕਰਦੇ ਰਹੀਏ,
ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਵਾਂਝੇ ਰਹਿ ਜਾਈਏ। ਜਿੱਦਣ ਸਦਾ ਆ ਜੇ ਤੇ ਸਾਰਾ ਕੁਝ ਇਕੱਠਾ ਕੀਤਾ ਹੋਇਆ ਇੱਥੇ ਰਹਿ ਜੇ ਤੇ ਸਰੀਰ ਵੀ ਇੱਥੇ ਰਹਿ। ਸਤਿਗੁਰਾਂ ਦੇ ਵਚਨ ਆਪਾਂ ਪੜ੍ਹਦੇ ਹਾਂ ਨਾ, ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਅੰਮ੍ਰਿਤ ਵਚਨ ਬਖਸ਼ਿਸ਼ ਕੀਤੇ, ਅਕਸਰ ਆਪਾਂ ਰੋਜ਼ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਹਾਂ। ਭਾਗਿਓ ਤੁਹਾਨੂੰ ਰੱਬ ਨੇ ਕੰਨ ਸਲਾਮਤ ਦਿੱਤੇ ਨੇ ਕਿ ਤੁਸੀਂ ਇਹਨਾਂ ਕੰਨਾਂ ਦੇ ਨਾਲ ਬਾਣੀ ਸੁਣ ਸਕਦੇ ਹੋ। ਕਦੇ ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੂੰ ਕੰਨਾਂ ਦੇ ਵਿੱਚੋਂ ਕੁਝ ਸੁਣਾਈ ਨਹੀਂ ਦਿੰਦਾ, ਜਿਨ੍ਹਾਂ ਨੂੰ ਬੋਲੇ ਕਹਿ ਦਿੰਦੇ ਆਪਾਂ। ਉਹ ਗੁਰਦੁਆਰੇ ਆ ਵੀ ਜਾਣਗੇ ਨਾ ਤੇ ਸੱਚਿਆ ਬਾਣੀ ਦਾ ਵਚਨ ਨਹੀਂ ਸੁਣ ਸਕਦੇ, ਕਿਉਂਕਿ ਸੁਣਨ ਸ਼ਕਤੀ ਪਰਮੇਸ਼ਰ ਨੇ ਨਹੀਂ ਦਿੱਤੀ ਉਹਨਾਂ ਨੂੰ। ਤੁਸੀਂ ਬੜੇ ਕਰਮਾਂ ਵਾਲੇ ਕਹਿ ਲਓ, ਭਾਗਾਂ ਵਾਲੇ ਕਹਿ ਲਓ ਕਿ ਤੁਸੀਂ ਇੱਕ ਪਾਸੇ ਗੁਰੂ ਦਾ ਦਰਸ਼ਨ ਕਰਦੇ ਹੋ, ਦੂਜੇ ਪਾਸੇ ਗੁਰੂ ਦੇ ਵਚਨ ਵੀ ਸਰਵਣ ਕਰਦੇ ਹੋ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੇ ਪਿਆਰ ਦੇ ਵਿੱਚ ਆ ਕੇ ਇਹ ਵਚਨ ਕਹਿਆ ਸੀ, ਮੈਂ ਮੂਰਖ ਕੀ ਕੇਤ ਬਾਤ ਹੈ, ਕੋਟ ਪਰਾਦੀ ਤਰਿਆ ਰੇ ਗੁਰ ਨਾਨਕ, ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਭਰਿਆ। ਲਿਖਿਆ ਸੀ ਜਿਨ੍ਹਾਂ ਨੇ ਗੁਰਾਂ ਦੇ ਵਚਨ ਸੁਣੇ ਨੇ, ਜਿਨ੍ਹਾਂ ਨੇ ਗੁਰੂ ਦਾ ਦੀਦਾਰ ਕੀਤਾ ਹੈ, ਸੱਚਿਆ ਦੁਬਾਰਾ ਗਰਭ ਜੂਨਾਂ ਦੇ ਵਿੱਚ ਨਹੀਂ ਜਾਏਗਾ, ਕਿਉਂਕਿ ਜਿਹੜਾ ਗੁਰੂ ਦੇ ਵਚਨ ਦੇ ਨਾਲ ਜੁੜ ਗਿਆ, ਗੁਰੂ ਦੇ ਵਚਨ ਨੇ ਪਾਰ ਉਤਾਰਾ ਕਰ ਦੇਣਾ। ਸਾਰੀ ਬਾਣੀ ਸਤਿਗੁਰਾਂ ਦੇ ਅੰਮ੍ਰਿਤ ਵਚਨ ਸਾਡੀ ਜ਼ਿੰਦਗੀ ਦਾ ਪਾਰ ਉਤਾਰਾ ਕਰਦੇ। ਬੜੀ ਰਹਿਮਤ ਕੀਤੀ ਸਤਿਗੁਰਾਂ ਨੇ ਤੁਹਾਡੇ ਇਲਾਕੇ 'ਚ ਕਹਿ ਲਓ, ਇਸ ਗੁਰੂ ਘਰ 'ਚ ਕਹਿ ਲਓ, ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਸਦਕਾ ਕਹਿ ਲਓ ਕਿ ਤਕਰੀਬਨ ਪਿਛਲੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਰ ਕਿਰਪਾ ਦਾ ਸਦਕਾ ਬਾਣੀ ਦੀ ਲਗਾਤਾਰ ਨਿਰੰਤਰ ਕਥਾ ਚੱਲ ਰਹੀ ਹੈ ਤੇ ਆਪਾਂ ਰੋਜ਼ ਸਤਿਗੁਰਾਂ ਦੇ ਵਚਨ ਸੁਣਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਜੀਵ ਇਸ ਕਥਾ ਨੂੰ ਸੁਣਦੇ ਆ ਉਹਨਾਂ ਦੇ ਮਨ ਪਵਿੱਤਰ ਹੋ ਜਾਂਦੇ ਨੇ ਤੇ ਹੌਲੀ ਹੌਲੀ ਉਹ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਂਦਾ। ਆਖੋ ਵਾਹਿਗੁਰੂ। ਇੱਕ ਉਹ ਸ਼ਖਸੀਅਤਾਂ ਨੇ ਜਿਹੜੀਆਂ ਧੁਰ ਤੋਂ ਨਵਾਜੀਆਂ ਆਉਂਦੀਆਂ ਨੇ, ਜਿਨ੍ਹਾਂ ਦੇ ਸੰਬੰਧ ਦੇ ਵਿੱਚ ਕੁਝ ਦਿਨ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ੍ਰੀ ਸਹਿਜ ਪਾਠ ਰੱਖੇ ਗਏ। ਕਹਿਣ ਤੋਂ ਮੁਰਾਦ ਦਸ਼ਮੇਸ਼ ਪਿਤਾ ਦੇ ਫਰਜ਼ੰਦ ਸਾਹਿਬਜ਼ਾਦੇ, ਜਿਨ੍ਹਾਂ ਨੂੰ ਆਪਾਂ ਬਾਬਾ ਸ਼ਬਦ ਦੇ ਕੇ ਸਤਿਕਾਰ ਕਰਦੇ ਹਾਂ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਇਸੇ ਮਹੀਨੇ ਦੇ ਵਿੱਚ ਅਗਲੇ ਹਫ਼ਤੇ ਸ਼ਹੀਦੀ ਦਿਹਾੜੇ ਸ਼ੁਰੂ ਹੋ ਜਾਣੇ ਨੇ ਤੇ ਫਿਰ ਪਤਾ ਲੱਗਣਾ ਕਿ ਅਸੀਂ ਆਪਣੇ ਬੱਚਿਆਂ ਦੇ ਨਾਲ ਕਿੰਨਾ ਕੁ ਪਿਆਰ ਕਰਦੇ ਹਾਂ। ਪਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਬੱਚਿਆਂ ਤੋਂ ਵੱਧ ਕੇ ਸਾਨੂੰ ਸਤਿਕਾਰ ਦਿੱਤਾ, ਸਾਨੂੰ ਪਿਆਰ ਦਿੱਤਾ। ਇਹ ਵੀ ਵਿਚਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਕੀਤੀਆਂ ਜਾਣਗੀਆਂ। ਅੱਜ ਸਾਹਿਬਜ਼ਾਦਿਆਂ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦੇ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠਾਂ ਦੇ ਭੋਗ ਪੈ। ਸੱਚ ਇਹ ਹਰ ਇੱਕ ਇਨਸਾਨ ਦੁਨੀਆ ਤੇ ਆਉਂਦਾ ਹੈ ਪਰ ਉਹ ਚਲੇ ਜਾਂਦਾ ਹੈ। ਗੁਰੂ ਸਾਹਿਬ ਦੁਨੀਆ ਤੇ ਆਏ, ਗੁਰੂ ਕੇ ਸਾਹਿਬਜ਼ਾਦੇ ਦੁਨੀਆ ਤੇ ਆਏ ਤੇ ਇੱਥੇ ਰਹਿ ਕੇ ਕਿਤੇ ਗਏ ਨਹੀਂ। ਬੰਦਾ ਚੜ੍ਹਾਈ ਕਰਦੇ ਇਹਨਾਂ ਦੀ, ਕੋਈ ਵੱਡਾ ਚੜ੍ਹਾਈ ਕਰਦੇ ਘਰ ਦੇ ਵਿੱਚ ਦਾਦਾ ਪੜਦਾਦਾ ਤੇ ਸਾਲ 2 ਸਾਲ ਹੱਦ ਕੋਈ 4 ਸਾਲ ਯਾਦ ਰੱਖੂਗਾ, ਉਸ ਤੋਂ ਬਾਅਦ ਕੌਣ ਯਾਦ ਕਰਦਾ? ਆ ਮੈਨੂੰ ਆਪਣੇ ਪੜਦਾਦੇ ਦਾ ਨਹੀਂ ਪਤਾ ਹੋਣਾ, ਦਾਦੇ ਦਾ ਤਾਂ ਪਤਾ ਹੀ ਹੋਏਗਾ, ਨਹੀਂ ਪਤਾ ਹੋਣਾ। ਤੇ ਉਹ ਵੀ ਜਦੋਂ ਚੜ੍ਹਾਈ ਕੀਤੀ ਉਸ ਤੋਂ ਬਾਅਦ ਪਾਠ ਕਰਾਤਾ, ਜਿਹਨੂੰ ਵਰੀਣਾ ਕਹਿੰਦੇ ਨੇ, ਹੁਣ ਕੌਣ ਯਾਦ ਕਰਦਾ? ਕੋਈ ਨਹੀਂ ਕਰਦਾ। ਪਰ ਧੰਨ ਨੇ ਗੁਰੂ ਸਾਹਿਬ ਤੇ ਧੰਨ ਨੇ ਉਹਨਾਂ ਦੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਹਰ ਵਕਤ ਯਾਦ ਕੀਤਾ ਜਾਂਦਾ ਹੈ, ਹਰ ਇੱਕ ਗੁਰੂ ਘਰ 'ਚ ਯਾਦ ਕੀਤਾ ਜਾਂਦਾ ਹੈ, ਹਰ ਇੱਕ ਸਮਾਗਮ ਦੇ ਮੌਕੇ ਤੇ ਯਾਦ ਕੀਤਾ ਜਾਂਦਾ ਹੈ। ਕਿਉਂ ਤੇ ਕਿਵੇਂ ਯਾਦ ਕੀਤਾ ਜਾਂਦਾ ਹੈ? ਹੁਣ ਧਿਆਨ 'ਚ ਰੱਖਿਓ ਬੱਚੇ, ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ ਸਤਿਗੁਰਾਂ ਦੇ ਚਰਨਾਂ 'ਚ, ਅਰਦਾਸ ਤੇ ਹਰ ਇੱਕ ਦੇ
ਸਮਾਗਮ ਦੇ ਮੌਕੇ ਹੁੰਦੀ, ਚਾਹੇ ਵਿਆਹ ਦਾ ਸਮਾਗਮ ਹੋਵੇ ਤੇ ਚਾਹੇ ਕੋਈ ਦੁੱਖ ਦੀ ਘੜੀ ਹੋਵੇ ਨਾ ਜੀ, ਤੇ ਉੱਥੇ ਆਪਾਂ ਕੀ ਸ਼ਬਦ ਵਰਤਦੇ ਆ? ਦਸਾਂ ਪਾਤਸ਼ਾਹੀਆਂ ਨੂੰ ਯਾਦ ਕਰਦੇ ਆ। ਤੇ ਇਸ ਤੋਂ ਅੱਗੇ ਕੀ ਕਹਿੰਦੇ ਆ? ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਜਲਾਈ, ਤੇਗ ਵਾਹੀ ਦੇਖ ਕੇ ਅੰਡਟ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇਹ ਸਾਡੇ ਬਜ਼ੁਰਗਾਂ ਨੇ ਨਾ ਜੀ, ਜਿਹੜੇ ਸਿਆਣੇ ਬਜ਼ੁਰਗ ਸੀ, ਜਿਨ੍ਹਾਂ ਨੇ ਅਰਦਾਸ ਦੇ ਸ਼ਬਦ ਤਿਆਰ ਕੀਤੇ ਨੇ। ਉਹਨਾਂ ਵਿਦਵਾਨ ਪੁਰਖਾਂ ਦੇ ਚਰਨਾਂ 'ਚ ਸਿਰ ਝੁਕਦਾ ਜੀ। ਦੇਖੋ ਉਹਨਾਂ ਨੇ ਇਹ ਸ਼ਬਦ ਪਾਏ ਕਿ ਸਿੱਖਾ, ਜਦੋਂ ਤੂੰ ਅਰਦਾਸ ਕਰੇ ਤੇਰੇ ਅੱਗੇ ਤਸਵੀਰ ਆ ਜਾਏ ਕਿ ਉਹ ਗੁਰੂ ਕੇ ਛੋਟੇ ਛੋਟੇ ਫਰਜ਼ੰਦ ਸਾਹਿਬਜ਼ਾਦੇ, ਜਿਨ੍ਹਾਂ ਨੇ ਐਸੇ ਠੰਡ ਦੇ ਦਿਨਾਂ ਦੇ ਵਿੱਚ ਕਈ ਮਹੀਨਿਆਂ ਤੋਂ ਜਿਹੜੇ ਭੁੱਖਣ ਭਾਣੇ ਸਨ, ਤਨ ਕਰਕੇ ਕੋਈ ਜ਼ਿਆਦਾ ਨੀਂਦ ਵੀ ਨਹੀਂ ਲੈ ਸਕੇ, ਕੋਈ ਜ਼ਿਆਦਾ ਪ੍ਰਸ਼ਾਦਾ ਪਾਣੀ ਵੀ ਸੋਹਣਾ ਨਹੀਂ ਛਕ ਸਕੇ, ਪਰ ਦੇਖੋ ਉਹਨਾਂ ਨੇ ਧਰਮ ਨੂੰ ਬਚਾਉਣ ਦੀ ਖਾਤਰ ਇਸ ਸਿੱਖੀ ਦੇ ਮੈਲ ਨੂੰ ਉਸਾਰਨਾ ਸੀ ਨਾ ਜਦੋਂ, ਤੇ ਉਹਨਾਂ ਸਾਹਿਬਜ਼ਾਦਿਆਂ ਦੀਆਂ ਹੱਡੀਆਂ ਦੀ ਸਤਿਗੁਰਾਂ ਨੇ ਰੋੜੀ ਪਾ ਕੇ ਨਹੀਂ ਰੱਖੀ। ਇਹ ਮੈਲ ਕਿਤੇ ਖਿਲਰ ਨਾ ਜਾਏ, ਇਹ ਮੈਲ ਕਿਤੇ ਫਿਸਲ ਨਾ ਜਾਏ, ਤਾਂ ਕਿ ਇਹਦੀਆਂ ਜੜ੍ਹਾਂ ਪੱਕੀਆਂ ਹੋਣ ਤੇ ਮਜ਼ਬੂਤੀ ਨਾਲ ਚੱਲੇਗਾ। ਸੱਚ ਅੱਜ ਬੜਾ ਦੁੱਖ ਹੁੰਦਾ ਹੈ ਜਦੋਂ ਆਪਾਂ ਵੇਖਦੇ ਹਾਂ ਸਾਡੀ ਆਉਣ ਵਾਲੀ ਜਿਹੜੀ ਪਨੀਰੀ ਜਨਰੇਸ਼ਨ, ਸਾਡੇ ਘਰਾਂ ਦੇ ਵਿੱਚੋਂ ਗੁਰਮੁਖੋ ਸਿੱਖੀ ਜਿਹੜੀ ਖਤਮ ਹੁੰਦੀ ਜਾ ਰਹੀ ਹੈ। ਹਰ ਇੱਕ ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਰਦਾਰ ਬਣਾਵੇ, ਉਹਨਾਂ ਦੇ ਸਿਰਾਂ ਦੇ ਉੱਤੇ ਜੂੜੇ ਕਰੇ, ਦਸਤਾਰਾਂ ਸਜਾਵੇ, ਤਾਂ ਕਿ ਹਰ ਇੱਕ ਬੱਚੇ ਨੂੰ ਘੱਟੋ ਘੱਟ ਸਾਲ ਦੇ ਵਿੱਚ ਇੱਕ ਵਾਰ ਸਰਹੱਦ ਜ਼ਰੂਰ ਮੱਥਾ ਟਿਕਾ ਕੇ ਲਾਇਆ ਕਰੋ, ਚਮਕੌਰ ਸਾਹਿਬ ਜ਼ਰੂਰ ਖੜਿਆ ਕਰੋ, ਤਾਂ ਕਿ ਉਹਨਾਂ ਦਾ ਹਿਰਦਾ ਜੁੜਿਆ ਰਹੇ। ਉਹਨਾਂ ਨੂੰ ਪਤਾ ਲੱਗ ਜਾਏ ਕਿ ਜੇ ਸਾਡੇ ਮੁਖ ਤੇ ਦਾੜਾ ਸਲਾਮਤ ਆ, ਸਾਡੇ ਸਿਰ ਤੇ ਦਸਤਾਰ ਸਲਾਮਤ ਆ, ਹੱਥ ਦੇ ਵਿੱਚ ਕੜਾ ਪਾਇਆ ਹੋਇਆ, ਅਸੀਂ ਕਿਰਪਾਨ ਗਾਤਰੇ ਪਾਈ ਹੋਈ ਹੈ, ਤੇ ਉਹਨਾਂ ਸਾਹਿਬਜ਼ਾਦਿਆਂ ਦੀ ਬਦੌਲਤ ਆ ਜਿਨ੍ਹਾਂ ਨੇ ਆਪਣੀ ਇਸ ਸਰੀਰ ਨੂੰ ਬਚਾਇਆ ਨਹੀਂ, ਪਰ ਉਹਨਾਂ ਨੇ ਅਣਖ ਨੂੰ ਬਚਾ ਲਿਆ, ਉਹਨਾਂ ਨੇ ਸਿੱਖੀ ਨੂੰ ਬਚਾ ਲਿਆ ਇਸ ਤਨ ਦੀ ਸ਼ਹਾਦਤ ਦੇ। ਪਰ ਸੱਚ ਇਹ ਆ ਕਿ ਸਾਡੇ ਬੱਚਿਆਂ ਨੂੰ ਤੇ ਇਹ ਵੀ ਨਹੀਂ ਪਤਾ ਹੋਣਾ ਕਿ ਫਤਿਹਗੜ੍ਹ ਸਾਹਿਬ ਗੁਰਦੁਆਰਾ ਕਿਵੇਂ ਬਣਿਆ, ਉਹਦਾ ਇਤਿਹਾਸ ਕੀ ਹੈ। ਸੋ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਹੀ ਜਾਣੀ ਕਰਵਾਇਆ ਕਰੋ, ਤੇ ਜ਼ਰੂਰ ਯਾਤਰਾ ਤੇ ਵੀ ਲੈ ਕੇ ਜਾਇਆ ਕਰੋ। ਇਹੋ ਜਿਹੇ ਸਥਾਨਾਂ ਦੇ ਉੱਤੇ ਖੜ ਕੇ ਉਹਨਾਂ ਨੂੰ ਅਰਦਾਸ ਕਰਿਆ ਕਰੋ, ਉਹਨਾਂ ਸਾਹਿਬਜ਼ਾਦਿਆਂ ਦੇ ਚਰਨਾਂ 'ਚ, ਉਹ ਮਾਂ ਗੁਜਰ ਕੌਰ ਦੇ ਚਰਨਾਂ 'ਚ, ਕਿ ਮਾਂ ਜਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਗੁਰਮਤਿ ਦਾ ਪਾਠ ਪੜ੍ਹਾਇਆ ਸੀ, ਸਾਨੂੰ ਵੀ ਐਸੀ ਸਿੱਖਿਆ ਬਖਸ਼ਿਸ਼ ਕਰ ਦਿਓ, ਅਸੀਂ ਵੀ ਇਹਨਾਂ ਬੱਚਿਆਂ ਨੂੰ ਗੁਰਮਤਿ ਦਾ ਪਾਠ ਪੜ੍ਹਾ ਸਕੀਏ। ਮਹਾਰਾਜ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ 'ਚ ਸਮਝਾਉਂਦੇ ਆ, ਇਹੋ ਜਿਹੀਆਂ ਬੰਦਗੀ ਕਰਨ ਵਾਲੀਆਂ ਰੂਹਾਂ ਸਾਚਿਆ, ਬੰਦਗੀ ਕਰਨ ਵਾਲੀ ਮਾਂ ਦੀ ਕੁੱਖ ਤੋਂ ਹੀ ਜਨਮ ਲੈਂਦੀ ਹੈ। ਬਾਬਾ ਫਰੀਦ ਸਾਹਿਬ ਦੇ ਬਚਨ ਪੜ੍ਹਦੇ ਨਾ, ਤਿਸ ਧਨ ਜੜੇਂਦੇ ਮਾਂ ਆਏ ਸਫਲ ਸੇ, ਉਹਨਾਂ ਨੂੰ ਜਨਮ ਦੇਣ ਵਾਲੇ ਉਹ ਮਾਤਾ ਜੀ ਵੀ ਧਨਤਾ ਦੇ ਯੋਗ ਸੀ, ਜਿਨ੍ਹਾਂ ਨੇ ਐਸੇ ਫਰਜ਼ੰਦਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਨਾਂ ਰੋਸ਼ਨ ਕੀਤਾ। ਰਹਿੰਦੀ ਦੁਨੀਆ ਤੱਕ ਜਿੱਥੇ ਸਾਹਿਬਜ਼ਾਦਿਆਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ, ਉੱਥੇ ਮਾਤਾਵਾਂ ਨੂੰ ਵੀ ਸਤਿਕਾਰ ਦਿੱਤਾ ਜਾਂਦਾ ਹੈ। ਮਾਤਾ ਜੀਤ ਕੌਰ ਨੂੰ ਸਤਿਕਾਰ ਹੈ, ਮਾਤਾ ਸੁੰਦਰੀ ਜੀ ਨੂੰ ਸਤਿਕਾਰ ਹੈ, ਮਾਤਾ ਸਾਹਿਬ ਕੌਰ ਜੀ ਦਾ ਸਤਿਕਾਰ ਹੈ, ਜਿਨ੍ਹਾਂ ਨੇ ਐਸੇ ਸੂਰਬੀਰ ਫਰਜ਼ੰਦ ਯੋਧੇ ਪੈਦਾ ਕੀਤੇ ਨੇ, ਜਿਹੜੇ ਜੁਰਮ ਦੇ ਅੱਗੇ ਇੱਕ ਤਾਣ ਕੇ ਖੜ ਗਏ। ਸਾਚਿਆ ਉਹਨਾਂ ਦੇ ਆਮਦ ਦੀ ਖੁਸ਼ੀ ਦੇ ਵਿੱਚ ਜੋ ਸਤਿਗੁਰਾਂ ਦੇ ਚਰਨ ਵਰਸੇ, ਮਹਾਰਾਜ ਦੱਸਦੇ ਐਸੇ ਰੱਬ ਦੇ ਪਿਆਰੇ ਧਨ ਹੁੰਦੇ ਆ ਜੀ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਕਰਾਇਆ, ਜਨ ਆਪਨ ਕਾ ਇਹ ਸੁਆਓ, ਜਨ ਕੇ ਸੰਗ
ਚਿਤ ਆਵੇ ਨਾਮ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ। ਨਮਸਕਾਰ ਐਸੇ ਗੁਰੂ ਕੇ ਪਿਆਰਿਆਂ ਨੂੰ, ਉਹਨਾਂ ਸਾਹਿਬਜ਼ਾਦਿਆਂ ਨੂੰ ਸਿੱਖ ਸਦਾ ਹੀ ਨਮਸਕਾਰ ਕਰਦਾ ਰਹੇਗਾ ਤੇ ਸਾਚਿਆ ਰਹਿੰਦੀ ਦੁਨੀਆ ਤੱਕ ਨਮਸਕਾਰ ਹੁੰਦੀ ਰਹੇਗੀ। ਨੌਵੇਂ ਪਾਤਸ਼ਾਹ ਦੇ ਸ਼ਲੋਕ ਪੜ੍ਹ ਰਹੇ ਸੀ ਨਾ ਗੁਰਮੁਖ, ਤੇ ਸ਼ਬਦ ਆ ਰਿਹਾ ਸੀ, ਕਹਿੰਦੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਹੀ ਜਗਤ ਮੈਂ ਕਿਨ ਜਪਿਓ ਗੁਰਮਤਿ। ਕਹਿੰਦੇ ਦੁਨੀਆ 'ਚ ਸਾਧੂ ਰਹੇਗਾ, ਪਰਮੇਸ਼ਰ ਦਾ ਨਾਮ ਰਹੇਗਾ। ਤੇ ਜ਼ਰੂਰੀ ਨਹੀਂ ਕਿ ਸਾਧੂ 50 ਸਾਲ ਦੀ ਉਮਰ 'ਚ ਜਾ ਕੇ ਬਣਦਾ ਹੈ ਜਾਂ 60 ਸਾਲ ਦੀ ਉਮਰ 'ਚ ਜਾ ਕੇ ਬਣਦਾ ਹੈ ਜਾਂ ਸਰੀਰ ਬਜ਼ੁਰਗ ਹੋਵੇ ਤਾਂ ਬਣਦਾ ਹੈ। ਗੁਰਮੁਖੋ ਸਾਧੂ ਕਿਸੇ ਵੀ ਉਮਰ 'ਚ ਹੋ ਸਕਦਾ ਹੈ। ਇਹ ਇੱਕ ਅੰਦਰ ਦੀ ਅਵਸਥਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਜੋ ਸਾਹਿਬਜ਼ਾਦਿਆਂ ਨੇ ਥੋੜੀ ਜਿਹੀ ਜ਼ਿੰਦਗੀ ਦੇ ਵਿੱਚ ਕੰਮ ਕਰ ਦਿੱਤੇ ਗੁਰਮੁਖੋ, ਉਹ ਲਾ ਮਿਸਾਲ ਹੈ। ਦੁਨੀਆ ਦੇ ਵਿੱਚ ਹੋਰ ਇੰਨੇ ਜੰਗ ਹੋਏ ਨੇ, ਇੰਨੇ ਯੁੱਧ ਹੋਏ ਨੇ, ਕਿਸੇ ਦੇ ਵਿੱਚ ਵੀ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਕਿ ਇੱਕ ਪਿਤਾ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਤੇਗ ਫੜਾ ਕੇ ਮੈਦਾਨੇ ਜੰਗ ਵਿੱਚ ਘੱਲਿਆ ਹੋਵੇ। ਇਹ ਪ੍ਰਸੰਗ ਆਪਾਂ ਸ਼ਾਮ ਦੇ ਦੀਵਾਨ ਸੱਜਣ ਕੇ ਗੁਰਮੁਖਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ ਹੈ ਕਿ ਸ਼ਹੀਦੀ ਹਫ਼ਤਾ ਜਿਹੜਾ ਹੈ ਲਗਾਤਾਰ ਗੁਰਮਤਿ ਵਿਚਾਰਾ ਚੱਲਣ। ਸੋ ਗੁਰਮੁਖੋ ਇਹਨਾਂ ਦਾ ਉਪਰਾਲਾ ਸਫਲਾ ਤਾਂ ਹੀ ਹੈ ਜੇ ਤੁਸੀਂ ਵੀ ਗੁਰੂ ਘਰ ਆ ਕੇ ਹਾਜ਼ਰੀਆਂ ਭਰਿਆ ਕਰੋ। ਦੇਖੋ ਭਾਈ ਗੁਰਸ਼ੇਰ ਸਿੰਘ ਕਥਾ ਕਰਨ ਆਉਂਦੇ ਨੇ, ਤਕਰੀਬਨ ਇੱਥੋਂ 25 ਕਿਲੋਮੀਟਰ ਦੂਰ ਹੈ ਉਹਨਾਂ ਦਾ ਪਿੰਡ, ਤੇ ਆਪ ਜੀ ਨੂੰ ਵੀ ਪਤਾ ਹੈ ਠੰਡ ਕਿੰਨੀ, ਤੇ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਮਨ 'ਚ ਵੀ ਇੱਕ ਉਤਸ਼ਾਹ ਦੀ ਸੰਗਤ ਜੁੜੀ ਹੈ ਗੁਰੂ ਸਾਹਿਬ ਦੇ ਨਾਲ, ਤੇ ਤੁਸੀਂ ਵੀ ਉਤਸ਼ਾਹ ਟੁੱਟਣ ਨਾ ਦਿਆ ਕਰੋ। ਜਿੱਥੇ ਆਪ ਆਉਂਦੇ ਹੋ ਉੱਥੇ ਹੋਰ ਘਰਾਂ ਪਰਿਵਾਰਾਂ 'ਚੋਂ ਇੱਕ ਇੱਕ ਦੋ ਦੋ ਮੈਂਬਰਾਂ ਨੂੰ ਪ੍ਰੇਰਿਤ ਕਰਕੇ ਲਿਆਇਆ ਕਰੋ। ਇੱਥੇ ਕੋਈ ਰਾਜਨੀਤੀ ਗੱਲ ਨਹੀਂ ਚੱਲਦੀ, ਇੱਥੇ ਕਿਸੇ ਤਨ ਦੇ ਨਾਲ ਨਹੀਂ ਜੋੜਿਆ ਜਾਂਦਾ। ਇੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਤੁਹਾਨੂੰ ਜੋੜਿਆ ਜਾ ਰਿਹਾ ਹੈ, ਤੇ ਜੇ ਦੀ ਬਾਣੀ ਦੇ ਨਾਲ ਤੁਸੀਂ ਜੁੜ ਜਾਓਗੇ ਇੱਥੇ ਵੀ ਸੁੱਖ ਮਿਲੇਗਾ, ਉੱਥੇ ਵੀ ਸੁੱਖ ਮਿਲੇਗਾ। ਘਰਾਂ ਪਰਿਵਾਰਾਂ 'ਚ ਵੀ ਤੁਸੀਂ ਸੁੱਖ ਲੈ ਸਕਦੇ ਹੋ ਜੇ ਬਾਣੀ ਨਾਲ ਜੁੜ ਜਾਓਗੇ। ਜੇ ਗੁਰਮੁਖੋ ਬਾਣੀ ਨਾਲ ਟੁੱਟੇ ਹੋ ਨਾ, ਤੇ ਇਹੋ ਜਿਹੇ ਠੰਡ ਦੇ ਸਮੇਂ ਦੇ ਵਿੱਚ ਵੀ ਅੰਦਰ ਵਿਚਾਰਾਂ ਦੀ ਅੱਗ ਪਈ ਬਲਦੀ ਤੇ ਸੜਦੇ ਪਏ ਨੇ ਲੋਕ। ਆਪਾਂ ਸ਼ਬਦ ਪੜ੍ਹਦੇ ਨਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵੇਲ ਲਾਏ। ਬਾਣੀ ਨਾਲ ਟੁੱਟਿਓ ਨਾ। ਜੇ ਜ਼ਿੰਦਗੀ ਨੂੰ ਸਵਾਰਨਾ ਚਾਹੁੰਦੇ ਜੇ, ਜੇ ਜ਼ਿੰਦਗੀ ਨੂੰ ਸਫਲ ਕਰਨਾ ਚਾਹੁੰਦੇ ਜੇ, ਹਾਂ ਦੁੱਖ ਦੀਆਂ ਘੜੀਆਂ ਬੜੀਆਂ ਆਉਂਦੀਆਂ ਨੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ, ਪਰ ਸੱਚ ਇਹ ਆ ਮਹਾਰਾਜ ਕਹਿੰਦੇ ਜੇ ਜੁੜੇ ਰਹੋਗੇ ਤੇ ਦੁੱਖ ਸੁੱਖ ਤੋਂ ਤੁਸੀਂ ਉੱਪਰ ਉੱਠ ਜਾਓਗੇ। ਐਸਾ ਨਹੀਂ ਹੋਏਗਾ ਕਿ ਸੁੱਖ ਦੇ ਵਿੱਚ ਤੁਸੀਂ ਰੱਬ ਨੂੰ ਭੁੱਲ ਜਾਓਗੇ ਤੇ ਦੁੱਖ 'ਚ ਉਹਦੇ ਨਾਲ ਜੁੜੋਗੇ, ਕਹਿਣ ਲੱਗੇ ਨਹੀਂ। ਰੱਬ ਦੇ ਪਿਆਰਿਆਂ ਦਾ ਐਸਾ ਪਿਆਰ ਬਣ ਜਾਂਦਾ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਉਹ ਹਰ ਵਕਤ ਉਹਦੇ ਚਰਨਾਂ ਦੇ ਵਿੱਚ ਜੁੜੇ ਰਹਿੰਦੇ ਨੇ। ਜੇ ਕਿਤੇ ਅਨੰਦਪੁਰ ਦੇ ਤਖਤਾਂ ਦੇ ਉੱਤੇ ਸਾਹਿਬੇ ਕਮਾਲ ਬਿਰਾਜਮਾਨ ਹੁੰਦੇ ਸੀ ਤੇ ਉੱਥੇ ਵੀ ਕਰਤੇ ਦੀ ਅਕਾਲ ਪੁਰਖ ਦੀ ਇਬਾਦਤ ਕਰਦੇ ਸੀ, ਤੇ ਜੇ ਕਿਤੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਉਹ ਸਮਾਂ ਵੇਖਣਾ ਪਿਆ ਤੇ ਉੱਥੇ ਵੀ ਉਸ ਮਾਲਕ ਦੀ ਯਾਦ ਦੇ ਅੰਦਰ ਹੀ ਬਚਨ ਗਾਏ ਸੀ ਨਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸਾਨੂੰ ਗੁਰੂ ਸਾਹਿਬ ਪੂਰਨੇ ਪਾ ਕੇ ਦੇ ਗਏ ਕਿ ਸਿੱਖਾ ਤੂੰ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਦੀ ਖਾਤਰ ਘਰ ਬਣਾਉਣਾ ਹੈ, ਇਹਨਾਂ ਨੂੰ ਪਾਲਣ ਦੀ ਖਾਤਰ ਠੱਗੀਆਂ ਮਾਰਦਾ, ਝੂਠ ਬੋਲਦਾ, ਇਹੋ ਜਿਹਾ ਵੀ ਹਿਰਦਾ ਰੱਖੀ। ਜੇ ਕਿਤੇ ਇਹਨਾਂ ਨੂੰ ਗ੍ਰੰਥ ਤੇ ਪੰਥ ਤੋਂ ਵਾਰਨਾ ਪਵੇ ਤੇ ਮੇਰੇ ਵਾਂਗ ਅੱਖਾਂ ਦੇ ਸਾਹਮਣੇ ਵਾਰ ਦਵੇਂ ਸਿੱਖਾ, ਕੋਈ ਪਰਵਾਹ ਨਾ ਕਰੇ। ਇਹ ਪੂਰਨੇ ਪਾ ਕੇ ਦੇਗੇ ਜੀ ਸਤਿਗੁਰੂ ਸੱਚੇ ਪਾਤਸ਼ਾਹ। ਇਹਨਾਂ ਪੂਰਨਿਆਂ ਦੇ ਉੱਤੇ ਤੁਸੀਂ ਤਾਂ ਹੀ ਚੱਲ ਸਕਦੇ ਹੋ ਜੇਕਰ ਤੁਹਾਨੂੰ ਗੁਰਬਾਣੀ ਦਾ ਗਿਆਨ ਹੋਵੇਗਾ ਤੇ ਗੁਰ ਇਤਿਹਾਸ ਦਾ ਗਿਆਨ ਹੋਵੇਗਾ, ਕਿਉਂਕਿ ਗੁਰਬਾਣੀ ਨੇ ਤੁਹਾਡੇ ਅੰਦਰ ਉਹ ਸੁਭਿਤ ਭਰ ਦੇਣੀ ਕਿ ਇਹ ਜਿਹੜਾ ਜੀਵਨ ਹੈ ਇਹ ਗੁਰੂ ਦਾ ਹੈ, ਮੇਰਾ ਨਹੀਂ ਹੈ। ਕਿਉਂਕਿ ਜਦੋਂ ਗੁਰੂ ਦੇ ਬਚਨ ਪੜੋਗੇ ਨਾ, ਕਬੀਰ ਮੇਰਾ ਮੁਝ ਮੈਂ ਕਿਸੇ ਨਹੀਂ, ਜਦੋਂ ਇਹ ਬਚਨ ਪੜੋਗੇ ਤਾਂ ਵਾਕਈ ਸਮਰਪਿਤ ਹੋ ਜਾਓਗੇ ਕਿ ਮੇਰਾ ਤੇ ਹੈ ਹੀ ਕੁਝ ਨਹੀਂ।
ਸਾਹ ਵੀ ਤੂੰ ਦੇ ਰਿਹਾ, ਜਨਮ ਵੀ ਕਿਸੇ ਨੇ ਦਿੱਤਾ, ਪਾਲਿਆ ਵੀ ਕਿਸੇ ਨੇ, ਰਿਜ਼ਕ ਕੋਈ ਪੈਦਾ ਕਰ ਰਿਹਾ ਹੈ, ਅਸੀਂ ਖਾ ਹੀ ਰਹੇ ਹਾਂ ਨਾ ਜੀ। ਸਤਿਗੁਰੂ ਸਾਰਾ ਕੁਝ ਤੇ ਤੇਰਾ, ਤੇ ਮੈਂ ਇਹਦੇ ਉੱਤੇ ਆਪਣਾ ਹੱਕ ਕਿਉਂ ਜਮਾਵਾਂ? ਇਹ ਜ਼ਿੰਦਗੀ ਵੀ ਤੇਰੀ ਹੈ, ਸਾਹ ਵੀ ਤੇਰੇ ਨੇ। ਜਦੋਂ ਅਸੀਂ ਇਸ ਤਰ੍ਹਾਂ ਆਪਾਂ ਸਮਰਪਣ ਕਰਕੇ ਜ਼ਿੰਦਗੀ ਜਿਉਵਾਂਗੇ ਨਾ, ਤੇ ਗੁਰੂ ਕੋ ਦੇਖਿਓ ਉਹ ਜ਼ਿੰਦਗੀ ਜਿਉਣ ਦਾ ਢੰਗ ਕਿੰਨਾ ਵੱਖਰਾ ਹੋ ਜਾਏਗਾ, ਨਵੇਕਲ ਹੋ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਉਹਨਾਂ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਕਰੀਏ ਕਿ ਸਾਨੂੰ ਵੀ ਆਪਣੇ ਵਰਗਾ ਜੀਵਨ ਬਖਸ਼ਿਸ਼ ਕਰ ਦਿਓ, ਸਾਡੇ ਅੰਦਰ ਵੀ ਸਬਰ ਆ ਜਾਵੇ, ਸੰਤੋਖ ਆ ਜਾਵੇ, ਸਤਿਗੁਰੂ ਦੀਆਂ ਰਹਿਮਤਾਂ ਵਰਤਣ। ਆਓ ਜੋ ਅੱਜ ਪੋਹ ਦਾ ਮਹੀਨਾ ਪ੍ਰਾਰੰਭ ਹੋਇਆ ਹੈ, ਜੋ ਪੋਹ ਦੇ ਮਹੀਨੇ ਦੀ ਬਾਬਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ 12 ਮਾਹਾਂ ਦੀ ਪਾਵਨ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਨੇ, ਉਹਨਾਂ ਦੀ ਵੀ ਸਾਂਝ ਪਾ ਲਈਏ। ਆਓ 2 ਮਿੰਟ ਦਾ ਸਮਾਂ ਆਪਾਂ ਸਾਰੇ ਉਹਨਾਂ ਗੁਰੂ ਕੇ ਫਰਜ਼ੰਦਾਂ ਦੇ ਖੁਸ਼ੀ ਮਨਾਉਂਦਿਆਂ, ਅਵਤਾਰ ਦਿਹਾੜੇ ਨੂੰ ਯਾਦ ਕਰਦਿਆਂ, ਆਓ ਉਹਨਾਂ ਦੇ ਚਰਨਾਂ 'ਚ ਸੁਰਤ ਟਿਕਾ ਕੇ ਆਪਾਂ 2-4 ਮਿੰਟ ਵਾਹਿਗੁਰੂ ਦਾ ਅਭਿਆਸ ਕਰ ਲਈਏ। ਸਾਰੇ ਗੁਰਮੁਖ ਮਤਾਵਾਂ ਭੈਣਾਂ ਉੱਚੀ ਬੋਲ ਕੇ ਅਭਿਆਸ ਕਰਨਾ ਜੀ। ਗੁਰੂ ਘਰ ਆ ਕੇ ਲੱਜਾ ਨਹੀਂ ਕਰਨੀ, ਸੰਗ ਨਹੀਂ ਕਰਨੀ, ਕਿਉਂਕਿ ਇੱਥੇ ਹੀ ਆ ਆਪਾਂ ਗੁਰੂ ਦੇ ਸਨਮੁਖ ਬਹਿ ਕੇ 2-4-10 ਮਿੰਟ ਬੋਲ ਸਕਦੇ। ਘਰਾਂ ਪਰਿਵਾਰਾਂ 'ਚ ਤੇ ਮਹਾਰਾਜ ਕਹਿੰਦੇ ਅਗਨ ਕੁਟੰਬ ਸਾਗਰ ਸੰਸਾਰ, ਸਾਰੇ ਘਰਾਂ ਪਰਿਵਾਰਾਂ ਦੇ ਵਿੱਚ ਕੋਈ ਕਿਸੇ ਨਾ ਕਿਸੇ ਦੀ ਲੜਾਈ, ਕੋਈ ਕਿਸੇ ਨਾ ਕਿਸੇ ਦੀ ਲੜਾਈ ਵਿਚਾਰ ਨਹੀਂ ਮਿਲਦੇ। ਸੋ ਇੱਕੋ ਇੱਕ ਗੁਰੂ ਦਾ ਦਰ ਆ, ਜਿੱਥੇ ਬਹਿ ਕੇ ਅਸੀਂ ਇਕੱਠੇ ਇੱਕ ਬਾਣੀ ਦਾ, ਇੱਕ ਨਾਮ ਦਾ, ਇੱਕ ਸਿਧਾਂਤ ਦਾ ਪ੍ਰਚਾਰ ਕਰ ਸਕਦੇ ਹਾਂ। ਤੇ ਮਹਾਰਾਜ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੀ ਹੋ ਜੋੜੀ ਗੁਰਮੁਖ ਬੈਸੋ, ਸਫਾ ਵਿਛਾਏ। ਵੇਖੋ ਕਿੰਨੀ ਕਿਰਪਾ ਕਰਦੇ ਕਿ ਵਿਸ਼ੇ ਨੇ ਬੈਠਣ ਵਾਸਤੇ ਗੁਰੂ ਦੀ ਗੋਦ 'ਚ ਆਪਾਂ ਬੈਠੇ ਆ। ਤੇ ਆਓ 2-4 ਮਿੰਟ ਗੁਰੂ ਗੁਰੂ ਕਰ ਲਈਏ, ਬੜੇ ਪਿਆਰ ਦੇ ਨਾਲ ਨੇਤਰ ਬੰਦ ਰੱਖਣੇ ਆ। ਜੋ ਰਸਨਾ ਤੋਂ ਸ਼ਬਦ ਬੋਲਣਾ, ਕੰਨਾਂ ਨਾਲ ਸੁਣੀ ਜਾਣਾ, ਤਾਂ ਕਿ ਸਾਡੇ ਵਿਚਾਰ ਫੁਰਨੇ ਜਿਹੜੇ ਆ ਉਹ ਰੁਕ ਜਾਣ ਤੇ ਅਸੀਂ ਆਨੰਦ ਦੀ ਅਵਸਥਾ 'ਚ ਚਲੇ ਜਾਈਏ। ਆਓ ਸਾਰੇ ਕਰੋ ਕਿਰਪਾ। ਵਾਹਿਗੁਰੂ 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 ਵਾਹਿਗੁਰੂ
ਇਹ ਪੋਹ ਦਾ ਮਹੀਨਾ, ਰਾਤ ਦੀ ਠੰਡ ਦਾ ਸਮਾਂ, ਸਰਦੀ ਦਾ ਸਮਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਆ ਕਿ ਧੁੱਪ ਤੇ ਠੰਡ ਉਹਨਾਂ ਲੋਕਾਂ ਨੂੰ ਲੱਗਦੀ ਹੈ ਜਿਹੜੇ ਆਲਸੀ ਹੁੰਦੇ ਆ। ਇਹ ਗੱਲ ਚੇਤੇ ਰੱਖਿਓ। ਇਹ ਧੁੱਪ ਤੇ ਠੰਡ ਉਹਨਾਂ ਲੋਕਾਂ ਨੂੰ ਜ਼ਿਆਦਾ ਲੱਗਦੀ ਜਿਹੜੇ ਆਲਸੀ ਹੁੰਦੇ, ਜਿਹੜੇ ਉਦਮੀ ਹੁੰਦੇ ਆ। ਨਾ ਉਹਨਾਂ ਨੂੰ ਗਰਮੀ ਕੁਝ ਕਹਿੰਦੀ ਆ ਤੇ ਨਾ ਠੰਡ ਕੁਝ ਕਹਿੰਦੀ। ਗਰਮੀ ਦੇ ਦਿਨਾਂ ਦੇ ਵਿੱਚ ਵੀ ਆਪਾਂ ਵੇਖਦੇ ਨਾ, ਮਜ਼ਦੂਰੀ ਕਰਦੇ ਵਿਚਾਰੇ ਮਜ਼ਦੂਰ, ਤੇ ਕਿੰਨੀ ਕਿੰਨੀ ਗਰਮੀ ਹੁੰਦੀ ਆ। ਉਸ ਗਰਮੀ ਦੇ ਵਿੱਚ ਵੀ ਵਿਚਾਰੇ ਮਜ਼ਦੂਰੀ ਕਰਦੇ, ਤੇ ਆਹ ਠੰਡ ਆ ਤੇ ਅਸੀਂ ਘਰਾਂ ਚ ਰਜਾਈਆਂ ਚ ਬੜੇ ਹੁੰਦੇ ਤੇ ਠੰਡ ਦੇ ਦਿਨਾਂ ਚ ਵੀ ਮਜ਼ਦੂਰੀ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਉਦਾਹਰਨ ਦੇ ਕੇ ਸਮਝਾਉਂਦੇ ਆ। ਕਹਿੰਦੇ ਭੂਖ ਦੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਮ। ਕਿ ਉਹਨਾਂ ਨੂੰ ਇਹ ਪੋਹ ਦੀ ਠੰਡ ਕੁਝ ਨਹੀਂ ਕਹਿੰਦੀ। ਉਹਨਾਂ ਗੁਰਸਿੱਖਾਂ ਦੇ ਉੱਤੇ ਠੰਡ ਦਾ ਜ਼ਿਆਦਾ ਦਬਦਬਾ ਨਹੀਂ ਹੋਏਗਾ। ਇਹ ਨਹੀਂ ਕਹਿਣਗੇ ਅੱਜ ਬੜੀ ਠੰਡ ਹੈ, ਅੱਜ ਗੁਰਦੁਆਰੇ ਨਹੀਂ ਜਾਣਾ, ਅੱਜ ਬੜੀ ਠੰਡ, ਅੱਜ ਇਸ਼ਨਾਨ ਹੀ ਨਹੀਂ ਕਰਨਾ, ਅੱਜ ਨਿਤਨੇਮ ਨਹੀਂ ਕਰਨਾ। ਸਤਿਗੁਰੂ ਕਹਿੰਦੇ ਕੰਠ ਮਿਲਿਆ ਹਰ ਨਾਮ। ਕੰਠ ਕਹਿੰਦੇ ਗਲ ਨੂੰ। ਜਿਵੇਂ ਅਸੀਂ ਕੋਈ ਆਪਣਾ ਹੋਵੇ, ਚਿਰਾਂ ਬਾਅਦ, ਮੁੱਦਤਾਂ ਬਾਅਦ ਸਾਡੇ ਕੋਲ ਆਇਆ ਹੋਵੇ ਤੇ ਅਸੀਂ ਉਹਨੂੰ ਗਲ ਲਾ ਲੈਂਦੇ ਹਾਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਗਲ ਦੇ ਨਾਲ ਲਾ ਲਿਆ ਨਾ, ਹਰ ਜਨ ਰਾਖੇ ਗੁਰੂ ਗੋਬਿੰਦ, ਕੰਠ ਲਾਇਆ ਹੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਕਹਿੰਦੇ ਇਹ ਪੋਹ ਦੀ ਠੰਡ ਵੀ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੀ। ਉਹ ਪੋਹ ਦੇ ਠੰਡ ਦੇ ਦਿਨਾਂ ਦੇ ਵਿੱਚ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਗੁਰੂ ਦੇ ਦੀਦਾਰੇ ਕਰਨ ਆ ਜਾਂਦੇ, ਆਪਣੇ ਗੁਰੂ ਦੇ ਬਚਨ ਪੜ੍ਹਦੇ ਆ, ਆਪਣੇ ਗੁਰੂ ਦੀ ਯਾਦ ਦੇ ਅੰਦਰ ਜੁੜਦੇ ਆ। ਸਾਹਿਬ ਦਾ ਬਚਨ ਕਹਿਣ ਤੋਂ ਭਾਵ ਕਿ ਇਹ ਪੋਹ ਦੇ ਮਹੀਨੇ ਦੀ ਠੰਡ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰੁਕਾਵਟ ਨਹੀਂ ਬਣਦੀ, ਜਿਨ੍ਹਾਂ ਨੂੰ ਗੁਰੂ ਨੇ ਆਪਣੇ ਚਰਨਾਂ ਦੇ ਨਾਲ ਲਾ ਲਿਆ। ਇਹ ਦੁਨੀਆ ਦੇ ਲੋਕ ਵੀ ਠੰਡ ਤੋਂ ਬਚਣ ਦੇ ਮਾਰੇ ਕਹਿਣਗੇ ਅੱਜ ਕੀ ਜਾਣਾ ਗੁਰਦੁਆਰੇ, ਆਵਾਜ਼ ਆ ਹੀ ਰਹੀ ਹੈ ਕਿ ਘਰੇ ਹੀ ਸੁਣ ਲੈਣੇ। ਪਰ ਗੁਰਮੁਖੋ ਜੋ ਬਖਸ਼ਿਸ਼ਾਂ ਗੁਰੂ ਦੇ ਦਰਸ਼ਨ ਕਰਨ ਨਾਲ ਹੋਣੀਆਂ ਆ, ਜੋ ਬਖਸ਼ਿਸ਼ਾਂ ਸੰਗਤ ਦੇ ਵਿੱਚ ਆਉਣ ਕਰਕੇ ਹੋਣੀਆਂ, ਉਹ ਬਖਸ਼ਿਸ਼ਾਂ ਘਰੇ ਬੈਠਿਆਂ ਨੂੰ ਨਹੀਂ ਮਿਲ ਸਕਦੀਆਂ। ਇੱਕ ਵਾਰੀ ਨਾ ਭਾਈ ਦਇਆ ਸਿੰਘ ਨੇ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਬੈਠੇ ਸੀ ਤੇ ਬੜਾ ਪਿਆਰ ਕਰਦੇ ਸੀ ਮਹਾਰਾਜ। ਕਿਉਂਕਿ ਪਿਆਰ ਕਰਨ ਵੀ ਕਿਉਂ ਨਾ, ਧਨ ਮਨ ਧਨ ਸੌਂਪਿਆ ਨਾ ਗੁਰੂ ਸਾਹਿਬ ਨੂੰ। ਤੇ ਜਦੋਂ ਗੁਰੂ ਸਾਹਿਬਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਸਿਰ ਮੰਗਿਆ ਸੀ ਨਾ ਜੀ, ਤੇ ਜਿਹਨੇ ਸਿਰ ਹੀ ਦੇ ਦਿੱਤਾ ਪਿੱਛੇ ਕੀ ਛੱਡਿਆ। ਤੇ ਹੁਣ ਗੁਰੂ ਵੀ ਕਿੰਨਾ ਪਿਆਰ ਕਰਦਾ ਹੈ। ਵੇਖੋ ਭਾਈ ਮਹਾਂ ਸਿੰਘ ਨੂੰ ਕਿੰਨਾ ਪਿਆਰ ਕੀਤਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ। ਅਗਲੇ ਪ੍ਰਸੰਗ 'ਚ ਆਏਗੀ ਗੱਲ। ਦਇਆ ਸਿੰਘ ਬੈਠੇ ਕਹਿੰਦੇ ਮਹਾਰਾਜ ਵੈਸੇ ਤੇ ਤੁਸੀਂ ਖੁਸ਼ ਰਹਿੰਦੇ ਹੋ ਸਾਰੀ ਸੰਗਤ ਦੇ ਉੱਤੇ, ਪਰ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਜਿਨ੍ਹਾਂ ਦੇ ਉੱਤੇ ਤੁਸੀਂ ਖੁਸ਼ ਹੁੰਦੇ ਹੋ ਉਹਨਾਂ ਨੂੰ ਕੀ ਦਿੰਦੇ ਹੋ। ਅਕਸਰ ਗੁਰੂ ਖੁਸ਼ ਹੋਵੇ ਤੇ ਕੀ ਦੇਗਾ। ਮਹਾਰਾਜ ਕਹਿੰਦੇ ਆ ਵੀ ਜਦੋਂ ਅਸੀਂ ਕਿਸੇ ਤੇ ਖੁਸ਼ ਹੋਈਏ ਨਾ, ਉਹਨੂੰ ਗੁਰਮੁਖ ਮਲਾਈਦਾ। ਤੇ ਅਰਦਾਸ ਦੇ ਵਿੱਚ ਵੀ ਬਚਨ ਆਉਂਦੇ ਨੇ, ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ। ਕਹਿੰਦੇ ਕੋਈ ਗੁਰਮੁਖ ਮਲਾਈਦਾ ਉਹਨੂੰ, ਤੇ ਉਹ ਫਿਰ ਦੋਵੇਂ ਗੁਰਮੁਖ ਬੈਠ ਕੇ ਅਕਾਲ ਪੁਰਖ ਦੀਆਂ ਗੱਲਾਂ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਫਿਰ ਪੁੱਛਦਾ, ਮਹਾਰਾਜ ਜੇ ਤੁਸੀਂ ਹੋਰ ਜ਼ਿਆਦਾ ਖੁਸ਼ ਹੋ ਗੁਰਸਿੱਖ ਦੇ ਉੱਤੇ ਤੇ ਫਿਰ ਕੀ ਦਿੰਦੇ ਹੋ। ਤੇ ਮਹਾਰਾਜ ਕਹਿੰਦੇ ਫਿਰ ਮੈਂ ਅਸੀਂ ਗੁਰਸਿੱਖ ਦੇ ਘਰ 5 ਸਿੰਘਾਂ ਨੂੰ ਭੇਜਦਾ। ਇਹ ਜਿਹੜੀ ਮਰਜ਼ਾਦਾ ਲੋਪ ਹੁੰਦੀ ਜਾ ਰਹੀ ਆ। ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ, ਜੇ ਕੋਈ ਘਰ ਦੇ ਵਿੱਚ ਕੋਈ ਦੁੱਖ ਸੁੱਖ ਦਾ ਸਮਾਂ ਆ ਜਾਂਦਾ ਸੀ ਤੇ 5 ਗੁਰਸਿੱਖਾਂ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਉਣਾ, ਫਿਰ ਉਹਨਾਂ ਕੋਲ ਅਰਦਾਸ ਕਰਾਉਣੀ। ਤੇ ਹੁਣ ਤੇ ਖੈਰ ਇਹਨੂੰ ਕਰਮਕਾਂਡ ਮੰਨਿਆ ਜਾਂਦਾ, ਪਰ ਨਹੀਂ ਇਹ ਸਿਧਾਂਤ ਹੈ ਨੇ ਜਿਹੜੇ 5 ਨੇ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਗੁਰੂ ਦਾ ਖਿਤਾਬ ਦਿੱਤਾ। ਪਰ ਹੁਣ ਨਿਤਨੇਮੀ, ਹੁਣ ਰਹਿਤ ਮਰਿਆਦਾ ਪੂਰੇ। ਮਹਾਰਾਜ ਕਹਿਣ ਲੱਗੇ ਫਿਰ ਉਸ ਗੁਰਸਿੱਖ ਦੇ ਘਰ 5 ਸਿੰਘਾਂ ਨੂੰ ਘੱਲਦਾ, ਉਹ ਜਲ ਪਾਣੀ ਦੀ ਸੇਵਾ ਕਰਦੇ ਤੇ ਫਿਰ ਅਰਦਾਸ ਕਰਦੇ ਮਾਲਕ ਦੇ ਚਰਨਾਂ ਦੇ ਵਿੱਚ। ਫਿਰ ਕਹਿਣ ਲੱਗੇ ਸਤਿਗੁਰੂ ਜੇ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ, ਤੀਜਾ ਬਚਨ ਕਿਹਾ ਤੇ ਮਹਾਰਾਜ ਕਹਿੰਦੇ ਫਿਰ ਮੈਂ ਉਸ ਗੁਰਸਿੱਖ ਦੇ ਘਰ ਗੁਰਸਿੱਖ ਸੰਗਤਾਂ ਨੂੰ ਘੱਲ ਦੇਣਾ। ਭਾਵ ਕਿ ਉਹਨੂੰ ਕੋਈ ਫੁਰਨਾ ਬਣਦਾ ਘਰ 'ਚ ਸਮਾਗਮ ਕਰਾ ਲੈਂਦਾ ਹੈ, ਜਾਂ ਸਹਿਜ ਪਾਠ ਕਰਾ ਲੈਂਦਾ, ਜਾਂ ਸੁਖਮਨੀ ਸਾਹਿਬ ਦੇ ਪਾਠ ਕਰਾ ਲੈਂਦਾ, ਤੇ ਸੰਗਤਾਂ ਨੂੰ ਦਰਸ਼ਨ ਘਰੇ ਚਰਨ ਪਾਉਂਦਾ ਹੈ, ਸੰਗਤਾਂ ਦੇ ਦਰਸ਼ਨ ਕਰਦਾ। ਕਹਿੰਦੇ ਕਿਉਂਕਿ ਸੰਗਤ ਦੇ ਵਿੱਚ ਕੋਈ 2 ਘੰਟੇ ਪਾਠ ਕਰਨ ਵਾਲਾ ਵੀ
कोई 4 घंटे करने वाला भी है, कोई 10 घंटे करने वाला भी है, कोई 24 घंटे करने वाला भी, कोई दसदा थोड़ी है कि मैं इन्ना समा जागदा। वो कहते संगत दे विच जदों ऐसे प्यार वाले जीव आउंदे ते कहते उन्हां दे प्यार दे बच्चे सानों भी जाना पैंदा, असीं भी उत्थे जाके बह जाते। ये वचन बाणी च भी लिखिआ सतगुरु ने। ये वचन लिखिआ सतगुरु कहते हम मन तन खोजी भाल भुलाई, क्यों प्यारा प्रीतम मिले मेरी माई, मिल सत संगत खोज दसाई, विच संगत हर प्रभ वसे जियो। कि संगत दे विच ही प्रभु वसदा। जे संगत खुश है तो समझो रब खुश है ना जी। इस करके जे असीं संगत दे दर्शन कर लवांगे तो समझो रब दे दर्शन कर ले। कोशिश करिया करो रोज संगत दे विच आइए, क्योंकि जिंदगी दा कोई भरोसा थोड़ी है। पिछला महीना लंघ गया ना जी, अज नवा चढ़ गया तो खत्म हो गया, की पता साडी जिंदगी भी किदन खत्म हो जानी। इस करके हर एक दिन नूं बड़ा कीमती समा दे के सतगुरां दे चरनां दे नाल जोड़िया करो। महाराज सच्चे पातशाह दसदे कहंदे भोग तुखार ना व्यापे, कंठ मिलिया हर नाम, जिन्हां नूं गुरु ने अपने चरनां दे नाल जोड़ लिया उन्हां नूं ठंड पाला कक्कर कुछ नहीं कहंदा। इस ठंड पाले कक्कर दे बावजूद भी गुरु दे दर्शन करन जांदे आ। मन बेदिया चरनार बिंद, दर्शन लगड़ा पर वेख्या नहीं। गुरु कृपा करे गुरबाणी के शब्दों द्वारा आप ज्ञान लईए तो मन का भी दर्शन करिए। मन वेदिया ये विन्या गया, जिवें आपां कि चीज नूं विन देना, शेर देना। महाराज कहते मन वेदिया चरनार वेद, ये मन मालिक के चरनां दे नाल विन्या गया, एक में हो गया। दर्शन लगड़ा साहो, फिर साह दे परमेश्वर दे दर्शनां दे अंदर तांग उठ पई। परमेश्वर के दीदार दे विच ये जीव हर वक्त जुड़िया रहिंदा, उहदी याद दे अंदर जुड़िया रहिंदा है। कोट गोविंद गोपाल राय, सेवा स्वामी लाभो। जीव लाहा खटदा ना जी, इधरों भी 2 पैसे आ जाण, इधरों भी आ जाण, पर जेड़े जीव परमेश्वर की ओट तकदे, एक आसरा बंदा तकदा है रिश्तेदारां दा, मां बाप दा, भैन भरावां दा। ते सच्चिया कोई पता नहीं इन्हां ने कदों साथ छड्ड जाना वा, पर जे परमेश्वर की ओट रखोगे, परमेश्वर का आसरा रखोगे तो सदा सुखी रहोगे। महाराज कहते ओट गोविंद गोपाल राय, जिन्हां गुरसिखां ने उस गोविंद गोपाल परमेश्वर रूप राजे की ओट तकिया। सेवा स्वामी लाहो, वो स्वामी की सेवा करके लाहा लेते, वो सिमरन करके लाहा लेते आ। जेड़ा जीव सेवा दे नाल जुड़िया आ, सिमरन दे नाल जुड़िया, महाराज कहते हो विषय विकारां तो बचिया रहिंदा है। ये भी गल नाल चेते रखियो। विख्या पोहे न सकई, मिल साधु गुण गाहो। कहंदे वो विषय विकारां तो बचिया रहिंदा, जे सेवा भी करदा होवे ते साधुआं दी संगत च बैठ के उस मालिक दे गुण भी गाउंदा होवे, मालिक दी याद अंदर भी जुड़िया रहिंदा होवे। वो कहंदे इन्हां विषय विकारां दी गंदगी तो बचिया रहिंदा, उहदी सूरत वाहिगुरू दे चरनां नाल जुड़ी रहिंदी है। जिहते उपजी तह मिली, सच्ची प्रीत समाहो। जिथों जीव पैदा होया कहते फिर उस मालिक नूं मिल लैंदा है। असीं उस मालिक परमेश्वर तो संसार दे विच आए हां विछड़ के, ते जदों मिलाप हो जाता संसार नूं छड्ड के फिर परमेश्वर दे चरनां दे विच सुरत जिहड़ी आ समा जांदी है, टिक जांदी। महाराज दसदे ने कहंदे जिहते उपजी तह मिली, जिथों तो ये सुरत पैदा हुई सी, संसार विच आई सी, उस मालिक दे नाल मिल गई, जिसनूं आपां पढ़दे हां ज्योति जोत रली संपूर्ण किया राम। सूरज की किरण मिले, जल का जल हुआ राम, ज्योति जोत रली संपूर्ण किया राम। ये मानुस वाहिगुरू दे नाम दे विच समा जांदा है। कर गह लीनी पार ब्रह्म, बहुड़ न विछड़िया। कर कहंदे हੱਥ ਨੂੰ, कहंदे जिस जीव का हੱਥ मालिक ने आप फड़ लिया ना, वो दोबारा कदे विछड़दा नहीं।
ਆਪਾਂ ਜਦੋਂ ਛੋਟੇ ਬੱਚੇ ਹੁੰਦੇ ਆ, ਕਿਤੇ ਵਿਆਹ ਸਮਾਗਮ ਤੇ ਜਾਈਏ ਜਾਂ ਕਿਤੇ ਧਾਰਮਿਕ ਸਥਾਨ ਤੇ ਜਾਈਏ, ਤੇ ਆਪਾਂ ਬੱਚਿਆਂ ਦੀ ਬਾਂਹ ਫੜ ਕੇ ਰੱਖਦੇ ਹਾਂ। ਮਾਂ ਬਾਪ ਬੱਚਿਆਂ ਦੀ ਬਾਂਹ ਨਹੀਂ ਛੱਡਦਾ ਕਿ ਜੇ ਵਿਛੜ ਗਿਆ ਤੇ ਮਿਲਣਾ ਨਹੀਂ, ਇੰਨੀ ਭੀੜ ਹੈ। ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਦੀ ਬਾਂਹ ਮੇਰਾ ਗੁਰੂ ਨਾਨਕ ਫੜ ਲੈਂਦਾ ਨਾ, ਉਹਨਾਂ ਦੀ ਬਾਂਹ ਕਦੇ ਛੱਡਦਾ ਨਹੀਂ, ਕਦੇ ਵਿਛੜਦੇ ਨਹੀਂ। ਸਾਹਿਬਾਂ ਦੇ ਵੇਖੋ ਕਿੰਨੇ ਪਿਆਰੇ ਬਚਨ ਨੇ। ਕਰ ਗਹਿ ਲੈਨੀ ਪਾਰ ਬ੍ਰਹਮ, ਜਿਨ੍ਹਾਂ ਦਾ ਹੱਥ ਗੁਰੂ ਨੇ ਫੜ ਲਿਆ, ਕਹਿੰਦੇ ਬਹੁੜ ਨਾ ਵਿਛੜਿਆ, ਉਹ ਕਦੇ ਦੁਬਾਰਾ ਵਿਛੜਨਗੇ ਨਹੀਂ, ਸਦਾ ਜੁੜੇ ਰਹਿੰਦੇ। ਬਾਰ ਜਾਉ ਲਖ ਬੀਰੀਆ, ਹਰ ਸਜਣ ਅਗਮ ਅਗਾਹੋ। ਸਾਹਿਬ ਕਹਿੰਦੇ ਮੈਂ ਐਸੇ ਸਜਣ ਤੋਂ, ਐਸੇ ਮਾਲਕ ਤੋਂ ਲੱਖਾਂ ਵਾਰ ਕੁਰਬਾਨ ਜਾਂਦਾ ਹਾਂ, ਲੱਖਾਂ ਵਾਰ ਬਲਹਾਰ ਜਾਂਦਾ ਹਾਂ, ਜਿਸ ਐਸੇ ਦਿਆਲੂ ਕਿਰਪਾਲੂ ਨੇ ਮੇਰੀ ਬਾਂਹ ਫੜ ਲਈ ਤੇ ਮੇਰੇ ਅਵਗੁਣਾਂ ਨੂੰ ਨਹੀਂ ਚਿਤਾਰਿਆ। ਵਾਕਿਓ ਨਹੀਂ ਚਿਤਾਰਦਾ। ਇੱਕ ਮਾਂ ਆਪਣੇ ਬੱਚੇ ਦੇ ਗੁਨਾਹ ਮਾਫ ਕਰ ਦਿੰਦੀ ਹੈ, ਤੇ ਉਹ ਰੱਬ ਹੈ ਜਿਹਨੇ ਸਾਰਿਆਂ ਨੂੰ ਬਣਾਇਆ। ਰਾਮ ਭਈਆ ਮੁਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਪਰ ਗੁਰਮੁਖੋ ਗੱਲ ਭਾਵਨਾ ਤੇ, ਗੱਲ ਪਿਆਰ ਤੇ, ਕਿ ਤੁਸੀਂ ਉਹਨੂੰ ਕਿੰਨਾ ਕੁ ਪਿਆਰ ਕਰਦੇ ਹੋ, ਕਿੰਨੀ ਕੁ ਤੁਹਾਡੇ ਅੰਦਰ ਭਾਵਨਾ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਇੱਥੋਂ ਤੱਕ ਵੀ ਬਚਨ ਲਿਖੇ, ਕਹਿੰਦੇ ਭਾਵਨੀ ਭਗਤ ਘਰ ਭਾਏ, ਕੌਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਦੁਨੀਆ ਦੇ ਲੋਕ ਤਾਂ ਤੁਹਾਡੇ ਨਾਲ ਜੁੜਨਗੇ ਕਿ ਤੁਹਾਡੇ ਕੋਲ ਕਿੰਨਾ ਕੁ ਪੈਸਾ ਆ, ਕਿੰਨੀ ਕੁ ਪ੍ਰਾਪਰਟੀ ਆ। ਕਹਿੰਦੇ ਗੁਰੂ ਤਾਂ ਤੁਹਾਡੇ ਉੱਤੇ ਖੁਸ਼ ਹੋਏਗਾ ਕਿ ਸਿੱਖਾ ਤੇਰੇ ਕੋਲ ਬਾਰੀ ਪ੍ਰਾਪਰਟੀ ਤੇ ਹੈ, ਪਰ ਇਹਦਾ ਮਾਣ ਨਹੀਂ, ਤੇਰੇ ਕੋਲ ਅੰਦਰ ਦੀ ਨਿਮਰਤਾ ਜ਼ਰੂਰ ਹੈਗੀ, ਅੰਦਰ ਦੀ ਗਰੀਬੀ ਜ਼ਰੂਰ ਹੈਗੀ। ਬਾਹਰੋਂ ਕੋਈ ਗਰੀਬ ਹੋਵੇ ਤੇ ਕੋਈ ਗੱਲ ਨਾਲ ਨਹੀਂ ਲਾਉਂਦਾ, ਪਰ ਕੋਈ ਅੰਦਰੋਂ ਗਰੀਬ ਹੋਵੇ ਤੇ ਗੁਰੂ ਆਪਣੀ ਗੋਦ ਦੇ ਵਿੱਚ ਉਹਨੂੰ ਚੁੱਕ ਕੇ ਬਿਠਾ ਲੈਂਦਾ, ਜਿਹਦੇ ਅੰਦਰ ਗਰੀਬੀ ਹੈ, ਨਿਮਰਤਾ ਹੈ, ਸਹਿਣਸ਼ੀਲਤਾ। ਸਾਹਿਬ ਬਖਸ਼ਿਸ਼ ਕਰਦੇ ਨੇ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ, ਕਿ ਜਿਹੜਾ ਜੀਵ ਮਾਲਕ ਦੇ ਦਰ ਤੇ ਢਹਿ ਜਾਂਦਾ ਨਾ, ਮਾਲਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਆਪਣੇ ਗੱਲ ਨਾਲ ਲਾ ਲੈਂਦਾ। ਜਿਵੇਂ ਕੋਈ ਤੁਹਾਡੇ ਦਰ ਦੇ ਉੱਤੇ, ਆਪਾਂ ਦੁਨਿਆਵੀ ਜੀਵ ਹਾਂ ਜੀ, ਕੋਈ ਤੁਹਾਡੇ ਦਰ ਦੇ ਉੱਤੇ ਆ ਜਾਂਦਾ ਫਰਿਆਦ ਲੈ ਕੇ ਵੀ ਮੈਨੂੰ ਇੰਨੇ ਕੁ ਪੈਸੇ ਚਾਹੀਦੇ ਜਿੱਥੋਂ ਮਰਜ਼ੀ ਕਰਕੇ ਦੇ, ਪਤਾ ਤੇਰੇ ਕੋਲ ਹੈਗੇ। ਜੇ ਤੁਸੀਂ ਵੀ ਸੋਚਦੇ ਹੋ ਵੀ ਮੇਰੇ ਦਰ ਆਇਆ, ਚਲੋ ਕੁਝ ਤੇ ਲਾਜਪਤ ਰੱਖੀਏ, ਇਹਦੀ ਆਏ ਦੀ ਇੱਜ਼ਤ ਰੱਖ ਲਈਏ, ਚਲੋ ਜੇ 10,000 ਮੰਗਦਾ ਤੇ 2-4,000 ਤੇ ਦੇ ਕੇ ਇਹਨੂੰ ਤੋਰੀਏ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਜੀਵ ਮਾਲਕ ਦੇ ਦਰ ਤੇ ਹੁੰਦਾ ਤੇ ਮਾਲਕ ਲੱਜ ਰੱਖਦਾ, ਫਿਰ ਇੱਜ਼ਤ ਰੱਖ ਲੈਂਦਾ, ਉਹਨੂੰ ਖਾਲੀ ਨਹੀਂ ਮੋੜਦਾ, ਉਹਨੂੰ ਰਹਿਮਤਾਂ ਬਖਸ਼ਿਸ਼ਾਂ ਦਿੰਦਾ। ਪਰ ਐਸਾ ਕਿ ਪਿਆਰ ਸੱਚਾ ਹੋਵੇ, ਇਹ ਨਾ ਹੋਵੇ ਕਿ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਰਾਮ, ਹਨਾ ਜੀ, ਜਿੱਥੇ ਗਏ ਉਹਦੇ ਬਣ ਕੇ ਨਹੀਂ, ਇੱਕ ਗੁਰੂ ਦੇ ਬਣ ਕੇ ਰਹੋ ਤੇ ਗੁਰੂ ਮੁਸੀਬਤ ਨਹੀਂ ਆਉਣ ਦਿੰਦਾ। ਇੱਕ ਛੋਟੀ ਜਿਹੀ ਤੁਹਾਨੂੰ ਗਾਥਾ ਸੁਣਾ ਦਿੰਦੇ। ਟ੍ਰੇਨ ਦੇ ਵਿੱਚ ਨਾ ਇੱਕ ਨਿਹੰਗ ਸਿੰਘ ਸਫ਼ਰ ਕਰ ਰਿਹਾ ਸੀ, ਤੇ ਨਾਲ ਇੱਕ ਹੋਰ ਦੂਸਰੇ ਧਰਮ ਵਾਲਾ ਸਫ਼ਰ ਕਰ ਰਿਹਾ ਸੀ। ਉਹਨਾਂ ਦੀ ਆਪਸ ਵਿੱਚ ਚਰਚਾ ਹੋ ਗਈ। ਉਹ ਕਹਿੰਦਾ ਜੀ ਤੁਸੀਂ ਆਪਣੇ ਗੁਰੂ ਨੂੰ ਯਾਦ ਕਰਦੇ, ਤੁਹਾਡਾ ਗੁਰੂ ਕਿੰਨੀ ਕੁ ਜਲਦੀ ਆ ਜਾਂਦਾ। ਜਿਹੜਾ ਨਿਹੰਗ ਸਿੰਘ ਸੀ ਉਹ ਕਹਿੰਦਾ ਵੀ ਪਹਿਲਾਂ ਤੂੰ ਆਪਣੇ ਗੁਰੂ ਪੀਰ ਨੂੰ ਯਾਦ ਕਰ ਲੈ, ਵੀ ਉਹ ਆ ਕੇ ਮੇਰਾ ਨੁਕਸਾਨ ਕਰਦੇ ਜੋ ਕਰਨਾ, ਉਸ ਤੋਂ ਬਾਅਦ ਮੈਂ ਆਪਣੇ ਗੁਰੂ ਨੂੰ ਯਾਦ ਕਰਾਂ। ਉਹ ਕਹਿੰਦਾ ਕੀ? ਕਹਿੰਦਾ ਤੂੰ ਆਪਣੇ ਜਿਹਨੂੰ ਵੀ ਮੰਨਦਾ ਉਹਨੂੰ ਯਾਦ ਕਰ, ਕਿਉਂਕਿ ਮੈਂ ਨਾਂ ਨਹੀਂ ਲੈਂਦਾ, ਕਿਸੇ ਦੇ ਮਨ ਚ ਦੁੱਧਾ ਨਾ ਜੇ। ਉਹਨੇ ਯਾਦ ਕੀਤਾ ਜੀ, ਆਪਣੇ ਜਿਹਨੂੰ ਵੀ ਮੰਨਦਾ ਸੀ ਬੜਿਆਂ ਨੂੰ ਯਾਦ ਕੀਤਾ, ਵੀ ਕੋਈ ਨਾ ਪਹੁੰਚਿਆ। ਤੇ ਉਹ ਨਿਹੰਗ ਸਿੰਘ ਨੂੰ ਕਹਿੰਦਾ ਹੁਣ ਤੂੰ ਯਾਦ ਕਰ। ਉਹਨੇ ਕੀ ਕੀਤਾ, ਨਿਹੰਗ ਸਿੰਘ ਨੇ ਕੱਢੀ ਤਲਵਾਰ ਤੇ ਉਹਦਾ ਮਾਰ ਕੇ ਫੱਟ ਤੇ ਇੱਕ ਬਾਂਹ ਚੱਕਦੀ ਨਾਲ। ਕਹਿੰਦਾ ਹੈ ਕੀ ਕੀਤਾ ਹੈ? ਕਹਿੰਦਾ ਵੀ ਗੁਰੂ ਨੇ ਸਾਨੂੰ ਇੰਨੀ ਕੁ ਅਥਾਰਟੀ ਦਿੱਤੀ ਹੈ ਵੀ ਨਿੱਕੇ ਮੋਟੇ ਕੰਮ ਤੇ ਤੁਸੀਂ ਹਾਂ ਵੀ ਕਰ ਲੈਂਦੇ, ਮੈਨੂੰ ਯਾਦ ਕਰਨ ਦੀ ਲੋੜ ਨਹੀਂ ਪੈਂਦੀ। ਇਹ ਇੰਨੀ ਕੁ ਅਥਾਰਟੀ ਦੇਤੀ ਗੁਰੂ ਸਾਹਿਬ ਨੇ ਸਾਨੂੰ, ਤਾਂ ਹੀ ਸ਼ਸਤਰ ਦਿੱਤੇ ਆ ਨਾ ਸਤਿਗੁਰਾਂ ਨੇ, ਵੀ ਮੈਂ ਤੁਹਾਡੇ ਨਾਲ ਹੀ ਰਹਿਣਾ। ਤੇ ਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਵੀ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਤੇ ਸਾਡੇ ਨਾਲ ਹੀ ਰਹਿੰਦਾ, ਪਰ ਜੇ ਅਸੀਂ ਅਮਰਧਾਰੀ ਹੋਵਾਂਗੇ, ਸ਼ਸਤਰਧਾਰੀ ਹੋਵਾਂਗੇ, ਤੇ ਕੋਈ ਸਾਡਾ ਕੁਛ ਨਹੀਂ ਵਿਗਾੜ ਸਕਦਾ, ਕਿਉਂਕਿ ਸ਼ਸਤਰਾਂ ਨੂੰ ਦਸਮ ਪਾਤਸ਼ਾਹ ਨੇ ਪੀਰ ਕਿਹਾ ਹੋਇਆ। ਤੇ ਜੇ ਅਸੀਂ ਸ਼ਸਤਰਾਂ ਦੇ ਨਾਲ ਸਜਾ ਕੇ ਰੱਖਾਂਗੇ, ਸ਼ਸਤਰਾਂ ਨੂੰ ਵੀ ਪਿਆਰ ਕਰਨਾ, ਸ਼ਸਤਰਧਾਰੀ ਹੋਵਾਂਗੇ, ਕੋਈ ਕੁਝ ਨਹੀਂ ਵਿਗਾੜ ਸਕਦਾ। ਗੁਰੂ ਵੀ ਸਾਡੇ ਨਾਲ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਦੇ ਦਰ ਦੇ ਉੱਤੇ ਤੁਸੀਂ ਸਮਰਪਿਤ ਹੋ ਜਾਂਦੇ ਹੋ, ਗੁਰੂ ਤੁਹਾਨੂੰ ਆਪਣਾ ਗਲ ਦੇ ਨਾਲ ਲਾ ਲੈਂਦਾ ਹੈ। ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਦੇ ਪ੍ਰਵਾਹੋ। ਇਹ ਪੋਹ ਦਾ ਮਹੀਨਾ ਉਹਨਾਂ ਜੀਵਾਂ ਵਾਸਤੇ ਸੁਖ ਸ਼ਾਂਤੀ ਦਾ ਲੰਘਦਾ ਹੈ ਜਿਨ੍ਹਾਂ ਦੇ ਉੱਤੇ ਬੇਪਰਵਾਹ ਮਾਲਕ ਦੀ ਬਖਸ਼ਿਸ਼ ਹੁੰਦੀ ਹੈ।
आओ सतगुरां दी बख्शिशां लैण वास्ते एक आपां सारे अरदास करिए, एक शब्द पढ़िए, उस तो बाद आनंद साहिब का पाठ करांगे, फिर अरदास होएगी। आओ सारे सतगुरां दे चरणां 'च एक अरदास करके जाइए। विसरना ही दातार, विसरना ही दातार, विसरना ही दातार, विसरना ही दातार, अपना नाम देवो, 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 अपना नाम देवो। गुण गावां दिन रात, गुण गावां दिन रात, गुण गावां दिन रात, गुण गावां दिन रात। नानक जाओए हो, नानक जाओए हो, नानक जाओए हो, नानक जाओए हो। ये अरदास सारिਆਂ ने अंतर्गत करके जानी सतगुरां दे चरणां 'ਚ। महाराज घर भी साडे कोले बनाया भी है, बच्चे सारा कुछ है, पर एक तेरा प्यार साडे कोल नहीं है। किरपा कर ऐसा अंदर प्यार पै जाए कि मैं दिन रात जिथे घर परिवार दे विच रहना उत्थे तेरे चरणां 'ਚ भी रहां, ते जिंदगी जिहड़ी है स्वर्ग बन जाएगी। भुलां चुकां दी खिमा। आओ सारे आनंद साहिब का पाठ करिए, रल के सारिਆਂ ने करना, दसना नाल बोलना। सतगुरु किरपा करनी। राम कली महला तीजा। आनंद एक ओंकार सतगुर प्रसाद, आनंद पाया मेरी माए, सतगुरु मैं पाया, सतगुर ता पाया सहज सेती, राग रतन परिवार परियां शब्द रावणियां, शब्दो तगावो हरि केरा मन जिनि वसाया, कहे नानक आनंद होआ, सतगुरु मैं पाया। ए मन मेरा तुम सदा रहो हर नाले, हर नाल रहो तुम मन मेरे, दुख सब विसारना, अंगीकारो करे तेरा कारज सब सवारना। सबना गला समरथ स्वामी, सो क्यों मनो विसारे, कहे नानक मन मेरे, सदा रहो हर नाले। साचे साहिबा क्या नहीं करते रह, करता तेरा सब कुछ है, जिसे सो पाए, सदा सुख सलाह तेरी, नाम मन वसारे। नाम जिनके मन वसया, वाजे शब्द करे रे, कहे नानक सचे साहिब क्या नहीं करते रे। साचा नाम मेरा आधारो, साच नाम आधार मेरा, जिन भुखा सब गवाईयां, कर शांत सुख मन आए वसया, जिन इच्छा सब पुजाईयां, सदा कुर्बान पिता गुरु बेटा, इस दियां वड्याईयां। कहे नानक सुनो संतो शब्द करो प्यारो, साचा नाम मेरा आधारो, आजे पंच शब्द तिग घर सुभागे, घर सुभागे शब्द वाजे, करा जित करतारिया। पंच दूत तुद वस कीते, काल कंटक मारिया, तुर करम पाया, तुर जिन को से नाम हर कै लागे, कहे नानक ऐस को आदित करे अनहद वाजे। अनद सुनो वड भागियो, सगल मनोरथ पूरे, पार ब्रह्म प्रभ पाया, करे सगल वसूरे। दुख रोग संताप उतरे, सुनी सच्ची बाणी,
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਦੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂੰ। ਸ਼ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਲਾਈ ਦਾਇਆ ਮਿਲੇ ਸਗਲ ਜਗਤ। ਸਗਿਆਈਆਂ ਪੁਰਿਆਈਆਂ ਵਾਜੈ ਧਰਮ ਹਦੂਰ ਕਰਮੀ ਆਪੋ ਆਪਣੀ ਨੇੜੇ ਤੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਛੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ। ਵਾਹਿਗੁਰੂ ਜੀ ਕਾ